ਵਾਹਿਗੁਰੂ ਜੀ। थोड़े दिन पहला एक धी राणी पुछ रही सी कि कई वारा ना किसी दे औगण दिख पैंदे ते उस इंसान नाल नफरत हो जाती, करिए की ईरखा हो जाती। आप जी चो किनू किनू दिखते ने, ईरखा हुंदी दूजियां ना। हुण ते बड़े कह लो कि घरां दे विच ही एक दूजे नाल ईरखा पाली फिरदे आ। पति पत्नी ना करी जांदा है, पत्नी पति ना करी जांदी है, एक दूजे ना करी जांदे आ। समझो बात नूं। कहण लगी कि ईरखा हो जांदी जदों औगण दिख पैंदा है ते इस ढंग नूं समझां किवें। ते असीं हस के क्या कदी गुरु नानक नूं नहीं सुनिया, वो कहंदे ना को मूर्ख ना को सियाणा, कि कोई मूर्ख नहीं है, कोई सियाणा नहीं है, पुन्नी पापी आखण ना है। इत्थे ना कोई बुरा है ना कोई चंगा है, पर जे तू मोटी जी बात समझनी है ते इन्ना क समझ के हर एक दे अंदर वसदा कौन है? तेरा गोबिंद वसदा है। किड्डा क वड्डा है, कुछ क्या नहीं जा सकता, बहुत वड्डा है। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੇ ਆਈ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ, ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨੇ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ। ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਹਿਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ, ਇਹਨੂੰ ਧਾਰਨ ਕਰਿਓ। ਵਾਹਿਗੁਰੂ ਜੀ। ਵਾਹਿਗੁਰੂ ਜੀ। ਥੋੜੇ ਦਿਨ ਪਹਿਲਾਂ ਇੱਕ
ਧੀ ਰਾਣੀ ਪੁੱਛ ਰਹੀ ਸੀ ਕਿ ਕਈ ਵਾਰਾਂ ਨਾ ਕਿਸੇ ਦੇ ਔਗਣ ਦਿਖ ਪੈਂਦੇ ਤੇ ਉਸ ਇਨਸਾਨ ਨਾਲ ਨਫ਼ਰਤ ਹੋ ਜਾਂਦੀ, ਕਰੀਏ ਕੀ, ਈਰਖਾ ਹੋ ਜਾਂਦੀ। ਆਪ ਜੀ ਚੋਂ ਕਿਹਨੂੰ ਕਿਹਨੂੰ ਦਿਖਦੇ ਨੇ, ਈਰਖਾ ਹੁੰਦੀ ਦੂਜਿਆਂ ਨਾਲ। ਹੁਣ ਤੇ ਬੜੇ ਕਹਿ ਲੋ ਕਿ ਘਰਾਂ ਦੇ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਪਾਲੀ ਫਿਰਦੇ ਆ। ਪਤੀ ਪਤਨੀ ਨਾਲ ਕਰੀ ਜਾਂਦਾ ਏ, ਪਤਨੀ ਪਤੀ ਨਾਲ ਕਰੀ ਜਾਂਦੀ ਏ, ਇੱਕ ਦੂਜੇ ਨਾਲ ਕਰੀ ਜਾਂਦੇ ਆ। ਸਮਝੋ ਬਾਤ ਨੂੰ, ਕਹਿਣ ਲੱਗੀ ਕਿ ਈਰਖਾ ਹੋ ਜਾਂਦੀ ਜਦੋਂ ਔਗਣ ਦਿਖ ਪੈਂਦਾ ਏ। ਤੇ ਇਸ ਢੰਗ ਨੂੰ ਸਮਝਾਂ ਕਿਵੇਂ? ਤੇ ਅਸੀਂ ਹੱਸ ਕੇ ਕਿਹਾ ਕਦੀ ਗੁਰੂ ਨਾਨਕ ਨੂੰ ਨਹੀਂ ਸੁਣਿਆ? ਉਹ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਕਿ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਨਾ ਕੋਈ ਬੁਰਾ ਏ ਨਾ ਕੋਈ ਚੰਗਾ ਏ, ਪਰ ਜੇ ਤੂੰ ਮੋਟੀ ਜੀ ਬਾਤ ਸਮਝਣੀ ਏ ਤੇ ਇੰਨਾ ਕੁ ਸਮਝ ਕੇ ਹਰ ਇੱਕ ਦੇ ਅੰਦਰ ਵਸਦਾ ਕੌਣ ਏ? ਤੇਰਾ ਗੋਬਿੰਦ ਵਸਦਾ ਏ। ਕਿੱਡਾ ਕੁ ਵੱਡਾ ਏ, ਕੁਝ ਕਿਹਾ ਨਹੀਂ ਜਾ ਸਕਦਾ, ਬਹੁਤ ਵੱਡਾ ਏ। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮ ਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੇ ਇਹੀ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ, ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਹ ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ। ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨੇ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ। ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਾਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ। ਇਹਨੂੰ ਧਾਰਨ ਕਰਿਓ। ਗੁਰੂ ਜੀ ਵਾਹੇ ਗੁਰੂ ਜੀ। ਥੋੜੇ ਦਿਨ ਪਹਿਲਾਂ ਇੱਕ ਧੀ ਰਾਣੀ ਪੁੱਛ ਰਹੀ ਸੀ ਕਿ ਕਈ ਵਾਰਾਂ ਨਾ ਕਿਸੇ ਦੇ ਔਗਣ ਦਿਖ ਪੈਂਦੇ
ਤੇ ਉਸ ਇਨਸਾਨ ਨਾਲ ਨਫ਼ਰਤ ਹੋ ਜਾਂਦੀ, ਕਰੀਏ ਕੀ, ਈਰਖਾ ਹੋ ਜਾਂਦੀ। ਆਪ ਜੀ ਚੋਂ ਕਿਹਨੂੰ ਕਿਹਨੂੰ ਦਿਖਦੇ ਨੇ, ਈਰਖਾ ਹੁੰਦੀ ਦੂਜਿਆਂ ਨਾਲ। ਹੁਣ ਤੇ ਬੜੇ ਕਹਿ ਲੋ ਕਿ ਘਰਾਂ ਦੇ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਪਾਲੀ ਫਿਰਦੇ ਆ। ਪਤੀ ਪਤਨੀ ਨਾਲ ਕਰੀ ਜਾਂਦਾ ਏ, ਪਤਨੀ ਪਤੀ ਨਾਲ ਕਰੀ ਜਾਂਦੀ ਏ, ਇੱਕ ਦੂਜੇ ਨਾਲ ਕਰੀ ਜਾਂਦੇ ਆ। ਸਮਝੋ ਬਾਤ ਨੂੰ। ਕਹਿਣ ਲੱਗੀ ਕਿ ਈਰਖਾ ਹੋ ਜਾਂਦੀ ਜਦੋਂ ਔਗਣ ਦਿਖ ਪੈਂਦਾ ਏ, ਤੇ ਇਸ ਢੰਗ ਨੂੰ ਸਮਝਾਂ ਕਿਵੇਂ? ਤੇ ਅਸੀਂ ਹੱਸ ਕੇ ਕਿਹਾ, ਕਦੀ ਗੁਰੂ ਨਾਨਕ ਨੂੰ ਨਹੀਂ ਸੁਣਿਆ? ਉਹ ਕਹਿੰਦੇ, ਨਾ ਕੋ ਮੂਰਖ ਨਾ ਕੋ ਸਿਆਣਾ, ਕਿ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਨਾ ਕੋਈ ਬੁਰਾ ਏ ਨਾ ਕੋਈ ਚੰਗਾ ਏ, ਪਰ ਜੇ ਤੂੰ ਮੋਟੀ ਜੀ ਬਾਤ ਸਮਝਣੀ ਏ ਤੇ ਇੰਨਾ ਕੁ ਸਮਝ ਕੇ ਹਰ ਇੱਕ ਦੇ ਅੰਦਰ ਵਸਦਾ ਕੌਣ ਏ? ਤੇਰਾ ਗੋਬਿੰਦ ਵਸਦਾ ਏ। ਕਿੱਡਾ ਕੁ ਵੱਡਾ ਏ, ਕੁਝ ਕਿਹਾ ਨਹੀਂ ਜਾ ਸਕਦਾ, ਬਹੁਤ ਵੱਡਾ ਏ। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੀ ਆਈ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ, ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਹ ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ, ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨੇ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ, ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਾਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ, ਇਹਨੂੰ ਧਾਰਨ ਕਰਿਓ। ਗੁਰੂ ਜੀ ਵਾਹਿਗੁਰੂ ਜੀ। ਆ ਥੋੜੇ ਦਿਨ ਪਹਿਲਾਂ ਇੱਕ ਧੀ ਰਾਣੀ ਪੁੱਛ ਰਹੀ ਸੀ ਕਿ ਕਈ ਵਾਰਾਂ ਨਾ ਕਿਸੇ ਦੇ ਔਗਣ ਦਿਖ ਪੈਂਦੇ, ਤੇ ਉਸ ਇਨਸਾਨ ਨਾਲ ਨਫ਼ਰਤ ਹੋ ਜਾਂਦੀ, ਕਰੀਏ ਕੀ, ਈਰਖਾ ਹੋ ਜਾਂਦੀ। ਆਪ ਜੀ ਚੋਂ ਕਿਹਨੂੰ ਕਿਹਨੂੰ ਦਿਖਦੇ ਨੇ, ਈਰਖਾ ਹੁੰਦੀ ਦੂਜਿਆਂ ਨਾਲ।
ਹੁਣ ਤੇ ਬੜੇ ਕਹਿ ਲੋ ਕਿ ਘਰਾਂ ਦੇ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਪਾਲੀ ਫਿਰਦੇ ਆ। ਪਤੀ ਪਤਨੀ ਨਾਲ ਕਰੀ ਜਾਂਦਾ ਏ, ਪਤਨੀ ਪਤੀ ਨਾਲ ਕਰੀ ਜਾਂਦੀ ਏ, ਇੱਕ ਦੂਜੇ ਨਾਲ ਕਰੀ ਜਾਂਦੇ ਆ। ਸਮਝੋ ਬਾਤ ਨੂੰ। ਕਹਿਣ ਲੱਗੀ ਕਿ ਈਰਖਾ ਹੋ ਜਾਂਦੀ ਜਦੋਂ ਔਗਣ ਦਿਖ ਪੈਂਦਾ ਏ, ਤੇ ਇਸ ਢੰਗ ਨੂੰ ਸਮਝਾਂ ਕਿਵੇਂ? ਤੇ ਅਸੀਂ ਹੱਸ ਕੇ ਕਿਹਾ ਕਦੀ ਗੁਰੂ ਨਾਨਕ ਨੂੰ ਨਹੀਂ ਸੁਣਿਆ? ਉਹ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਕਿ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਨਾ ਕੋਈ ਬੁਰਾ ਏ ਨਾ ਕੋਈ ਚੰਗਾ ਏ, ਪਰ ਜੇ ਤੂੰ ਮੋਟੀ ਜੀ ਬਾਤ ਸਮਝਣੀ ਏ ਤੇ ਇੰਨਾ ਕੁ ਸਮਝ ਕੇ ਹਰ ਇੱਕ ਦੇ ਅੰਦਰ ਵਸਦਾ ਕੌਣ ਏ? ਤੇਰਾ ਗੋਬਿੰਦ ਵਸਦਾ ਏ। ਕਿੱਡਾ ਕੁ ਵੱਡਾ ਏ, ਕੁਝ ਕਿਹਾ ਨਹੀਂ ਜਾ ਸਕਦਾ, ਬਹੁਤ ਵੱਡਾ ਏ। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮ ਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੇ ਆਈ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ, ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ, ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨਹੀਂ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ। ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਹਿਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ, ਇਹਨੂੰ ਧਾਰਨ ਕਰਿਓ। ਵਾਹਿਗੁਰੂ ਜੀ, ਵਾਹਿਗੁਰੂ ਜੀ। ਆ ਥੋੜੇ ਦਿਨ ਪਹਿਲਾਂ ਇੱਕ ਧੀ ਰਾਣੀ ਪੁੱਛ ਰਹੀ ਸੀ ਕਿ ਕਈ ਵਾਰਾਂ ਨਾ ਕਿਸੇ ਦੇ ਔਗਣ ਦਿਖ ਪੈਂਦੇ, ਤੇ ਉਸ ਇਨਸਾਨ ਨਾਲ ਨਫ਼ਰਤ ਹੋ ਜਾਂਦੀ। ਕਰੀਏ ਕੀ? ਈਰਖਾ ਹੋ ਜਾਂਦੀ। ਆਪ ਜੀ ਚੋਂ ਕਿਹਨੂੰ ਕਿਹਨੂੰ ਦਿਖਦੇ ਨੇ? ਈਰਖਾ ਹੁੰਦੀ ਦੂਜਿਆਂ ਨਾਲ। ਹੁਣ ਤੇ ਬੜੇ ਕਹਿ ਲੋ ਕਿ ਘਰਾਂ ਦੇ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਪਾਲੀ ਫਿਰਦੇ ਆ।
ਪਤੀ ਪਤਨੀ ਨਾਲ ਕਰੀ ਜਾਂਦਾ ਏ, ਪਤਨੀ ਪਤੀ ਨਾਲ ਕਰੀ ਜਾਂਦੀ ਏ, ਇੱਕ ਦੂਜੇ ਨਾਲ ਕਰੀ ਜਾਂਦੇ ਆ। ਸਮਝੋ ਬਾਤ ਨੂੰ। ਕਹਿਣ ਲੱਗੀ ਕਿ ਈਰਖਾ ਹੋ ਜਾਂਦੀ ਜਦੋਂ ਔਗਣ ਦਿਖ ਪੈਂਦਾ ਏ, ਤੇ ਇਸ ਢੰਗ ਨੂੰ ਸਮਝਾਂ ਕਿਵੇਂ? ਤੇ ਅਸੀਂ ਹੱਸ ਕੇ ਕਿਹਾ ਕਦੀ ਗੁਰੂ ਨਾਨਕ ਨੂੰ ਨਹੀਂ ਸੁਣਿਆ? ਉਹ ਕਹਿੰਦੇ ਨਾ ਕੋ ਮੂਰਖ ਨਾ ਕੋ ਸਿਆਣਾ, ਕਿ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਨਾ ਕੋਈ ਬੁਰਾ ਏ ਨਾ ਕੋਈ ਚੰਗਾ ਏ, ਪਰ ਜੇ ਤੂੰ ਮੋਟੀ ਜੀ ਬਾਤ ਸਮਝਣੀ ਏ ਤੇ ਇੰਨਾ ਕੁ ਸਮਝ ਕੇ ਹਰ ਇੱਕ ਦੇ ਅੰਦਰ ਵਸਦਾ ਕੌਣ ਏ? ਤੇਰਾ ਗੋਬਿੰਦ ਵਸਦਾ ਏ। ਕਿੱਡਾ ਕੁ ਵੱਡਾ ਏ, ਕੁਝ ਕਿਹਾ ਨਹੀਂ ਜਾ ਸਕਦਾ, ਬਹੁਤ ਵੱਡਾ ਏ। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮ ਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੇ ਇਹੀ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ, ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਹ ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ। ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨਹੀਂ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ। ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਾਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ। ਇਹਨੂੰ ਧਾਰਨ ਕਰਿਓ। ਗੁਰੂ ਜੀ ਵਾਹਿਗੁਰੂ ਜੀ। ਆ ਥੋੜੇ ਦਿਨ ਪਹਿਲਾਂ ਇੱਕ ਧੀ ਰਾਣੀ ਪੁੱਛ ਰਹੀ ਸੀ ਕਿ ਕਈ ਵਾਰਾਂ ਨਾ ਕਿਸੇ ਦੇ ਔਗਣ ਦਿਖ ਪੈਂਦੇ, ਤੇ ਉਸ ਇਨਸਾਨ ਨਾਲ ਨਫ਼ਰਤ ਹੋ ਜਾਂਦੀ। ਕਰੀਏ ਕੀ? ਈਰਖਾ ਹੋ ਜਾਂਦੀ। ਆਪ ਜੀ ਚੋਂ ਕਿਹਨੂੰ ਕਿਹਨੂੰ ਦਿਖਦੇ ਨੇ? ਈਰਖਾ ਹੁੰਦੀ ਦੂਜਿਆਂ ਨਾਲ। ਹੁਣ ਤੇ ਬੜੇ ਕਹਿ ਲੋ ਕਿ ਘਰਾਂ ਦੇ ਵਿੱਚ ਹੀ ਇੱਕ ਦੂਜੇ ਨਾਲ ਈਰਖਾ ਪਾਲੀ ਫਿਰਦੇ ਆ। ਪਤੀ ਪਤਨੀ ਨਾਲ ਕਰੀ ਜਾਂਦਾ ਏ, ਪਤਨੀ ਪਤੀ ਨਾਲ ਕਰੀ ਜਾਂਦੀ ਏ, ਇੱਕ ਦੂਜੇ ਨਾਲ ਕਰੀ ਜਾਂਦੇ ਆ। ਸਮਝੋ ਬਾਤ ਨੂੰ। ਕਹਿਣ ਲੱਗੀ
ਕਿ ਈਰਖਾ ਹੋ ਜਾਂਦੀ ਜਦੋਂ ਔਗਣ ਦਿਖ ਪੈਂਦਾ ਏ। ਤੇ ਇਸ ਢੰਗ ਨੂੰ ਸਮਝਾਂ ਕਿਵੇਂ? ਤੇ ਅਸੀਂ ਹੱਸ ਕੇ ਕਿਹਾ, ਕਦੀ ਗੁਰੂ ਨਾਨਕ ਨੂੰ ਨਹੀਂ ਸੁਣਿਆ? ਉਹ ਕਹਿੰਦੇ, ਨਾ ਕੋ ਮੂਰਖ ਨਾ ਕੋ ਸਿਆਣਾ, ਕਿ ਕੋਈ ਮੂਰਖ ਨਹੀਂ ਹੈ, ਕੋਈ ਸਿਆਣਾ ਨਹੀਂ ਹੈ, ਪੁੰਨੀ ਪਾਪੀ ਆਖਣ ਨਾ ਹੈ। ਇੱਥੇ ਨਾ ਕੋਈ ਬੁਰਾ ਏ ਨਾ ਕੋਈ ਚੰਗਾ ਏ, ਪਰ ਜੇ ਤੂੰ ਮੋਟੀ ਜੀ ਬਾਤ ਸਮਝਣੀ ਏ ਤੇ ਇੰਨਾ ਕੁ ਸਮਝ ਕੇ ਹਰ ਇੱਕ ਦੇ ਅੰਦਰ ਵਸਦਾ ਕੌਣ ਏ? ਤੇਰਾ ਗੋਬਿੰਦ ਵਸਦਾ ਏ। ਕਿੱਡਾ ਕੁ ਵੱਡਾ ਏ, ਕੁਝ ਕਿਹਾ ਨਹੀਂ ਜਾ ਸਕਦਾ, ਬਹੁਤ ਵੱਡਾ ਏ। ਜਿਹੜੀਆਂ ਉਹਦੇ ਅੰਦਰ ਉਹਦੀਆਂ ਇਸ਼ਾਵਾਂ ਤੋਂ ਬੁਰਾਈਆਂ ਵਸਦੀਆਂ ਨੇ, ਬੁਰੇ ਕਰਮ ਵਸਦੇ ਨੇ, ਉਹ ਤੇ ਬੜੇ ਨਾਮਾਤਰ ਨੇ। ਕੀ ਉਹ ਤੇਰੇ ਗੋਬਿੰਦ ਤੋਂ ਵੱਡੇ ਨੇ? ਜੇ ਤੈਨੂੰ ਉਹਦੇ ਅੰਦਰ ਬੁਰਾਈ ਦਿਖਦੀ ਏ ਤੇ ਫਿਰ ਤੇਰੀ ਦ੍ਰਿਸ਼ਟੀ ਕਮਜ਼ੋਰ ਏ, ਤੈਨੂੰ ਉਹਦੇ ਅੰਦਰ ਗੋਬਿੰਦ ਕਿਉਂ ਨਹੀਂ ਦਿਖਦਾ? ਉਹ ਤੇ ਉਹਦੀਆਂ ਬੁਰਾਈਆਂ ਤੋਂ ਬਹੁਤ ਵੱਡਾ ਏ। ਪਕੜੀ ਆਈ ਬਾਤ ਕਿ ਨਹੀਂ? ਉਹਦੇ ਅੰਦਰ ਗੋਬਿੰਦ ਨੂੰ ਜਦੋਂ ਪਹਿਚਾਨਣ ਵਾਸਤੇ ਵੇਖੋਗੇ ਨਾ, ਵੇਖਣ ਦਾ ਢੰਗ ਹੈ ਨਾ, ਦ੍ਰਿਸ਼ਟੀ ਏ। ਕੋਈ ਮਨੁੱਖ ਜਿਹੜਾ ਹੈ ਨਾ, ਆਪ ਜੀ ਜਦੋਂ ਬਾਣੀ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੇ ਦੋ ਤਰੀਕੇ ਨੇ ਹਰ ਇੱਕ ਚੀਜ਼ ਨੂੰ ਦੇਖਣ ਦੇ। ਇੱਕ ਅਸੀਂ ਦੇਖਦੇ ਹੰਕਾਰ ਵਸ, ਕਿ ਨਿੰਦਾ ਕਿੱਥੇ ਕਰਨੀ, ਖੰਡਨ ਕਿੱਥੇ ਕਰਨਾ, ਆ ਵੀ ਮਾੜਾ ਆ ਵੀ ਮਾੜਾ। ਇੱਕ ਹੀ ਵੇਖਦੇ ਕਿ ਮਾਲਕ ਨੇ ਰਚਿਆ ਏ, ਇਹਦੇ 'ਚ ਚੰਗਾ ਕੀ ਏ। ਜਿਵੇਂ ਸਤਿਗੁਰੂ ਨੇ ਸਿੱਖਾਂ ਨੂੰ ਹੰਸ ਬਣਾਇਆ ਏ, ਤੇ ਹੰਸਾਂ ਹੀਰਾ ਮੋਤੀ ਚੁਗਣਾ, ਇਹ ਮੋਤੀ ਚੁਗਦੇ ਨੇ, ਇਹ ਬੁਰਾਈਆਂ ਨਹੀਂ ਚੁਗਦੇ। ਕਿਸੇ ਦੇ ਅੰਦਰ ਜੇ ਬੁਰਾਈ ਦਿਖਦੀ ਏ ਨਾ, ਸਾਧੂ ਸੰਸਾਰ ਦੇ ਵਿੱਚ ਬਹੁਤ ਕੀਮਤੀ ਹੁੰਦੇ, ਗੁਰਸਿੱਖ ਬਹੁਤ ਕੀਮਤੀ ਹੁੰਦੇ। ਸਾਨੂੰ ਕਿਸੇ ਦੀ ਬੁਰਾਈ ਦਿਖੇ, ਅਸੀਂ ਨਫ਼ਰਤ ਕਰਦੇ ਆਂ, ਨਿੰਦਿਆ ਕਰਦੇ ਆਂ, ਗਾਂ ਦੀ ਗਾਂ ਚਾਰ ਹੋਰ ਲੋਕਾਂ ਨੂੰ ਦੱਸ ਕੇ ਉਸ ਨੈਗੇਟਿਵਿਟੀ ਨੂੰ, ਉਸ ਬੁਰਾਈ ਨੂੰ ਹੋਰ ਵਧਾਉਨੇ ਆ, ਦੂਰ ਦੂਰ ਤੱਕ ਦੱਸਦੇ ਹੋ ਬੜਾ ਮਾੜਾ ਬੰਦਾ। ਤੇ ਜਦੋਂ ਸਾਧੂ ਨੂੰ ਕਿਤੇ ਬੁਰਾਈ ਦਿਖੇ ਨਾ, ਉਹ ਉਸ ਮਨੁੱਖ ਨੂੰ ਉੱਚਾ ਚੁੱਕਣ ਵਾਸਤੇ ਦੋ ਬੋਲ ਬੋਲਦਾ, ਭਾਈ ਨਾਮ ਜਪਿਆ ਕਰ, ਭਾਈ ਬੁਰਾ ਨਾ ਕਰਿਆ ਕਰ। ਜੇ ਦੂਜਾ ਆ ਕੇ ਕੋਈ ਨਿੰਦਿਆ ਕਰਦਾ ਨਾ ਕਿ ਬਾਬਾ ਜੀ ਉਹ ਮਾੜਾ, ਤੇ ਉਹ ਕਹਿੰਦਾ ਕੋਈ ਨਹੀਂ ਭਾਈ, ਤੂੰ ਆਪਣੇ ਕਰਮ ਵੱਲ ਧਿਆਨ ਦੇ, ਗੁਰੂ ਨਾਨਕ ਉਹਨੂੰ ਵੀ ਬਖਸ਼ੇਗਾ। ਉਹ ਬੁਰਾਈ ਨੂੰ ਉੱਥੇ ਛੱਡ ਦਿੰਦੇ, ਖਤਮ ਕਰਨ ਦੀ ਕੋਸ਼ਿਸ਼ ਕਰਦੇ। ਤੇ ਜਿਹੜਾ ਹੰਕਾਰ ਵਾਸੇ ਉਹ ਕੀ ਕਰਦਾ? ਉਹ ਵਧਾਈ ਤੁਰਿਆ ਜਾਂਦਾ, ਵਧਾਈ ਤੁਰਿਆ ਜਾਂਦਾ। ਅਸੀਂ ਇੱਕ ਪਿਤਾ ਨੂੰ ਆਪਣੀ ਧੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਪਤਨੀ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਬੱਚਿਆਂ ਦੀ ਨਿੰਦਿਆ ਕਰਦਿਆਂ ਵੀ ਸੁਣਿਆ, ਤੇ ਮਾਂ-ਬਾਪ ਦੀ ਨਿੰਦਿਆ ਕਰਦਿਆਂ ਵੀ ਸੁਣਿਆ। ਕਿ ਇਹਨੂੰ ਕਹਿੰਦੇ ਆ ਕਿ ਬੜਾ ਸੋਹਣਾ ਜਗਤ ਸਵਰਿਆ ਏ। ਗੁਰੂ ਨਾਨਕ ਦੇ ਸਿੱਖ ਹੋਵੋ ਭਾਈ, ਤੇ ਸਿੱਖੀ ਜਿਹੜੀ ਏ ਇਹਦੇ ਬੋਲਾਂ ਨੂੰ ਧਾਰਨ ਕੀਤਿਆਂ ਕਮਾਈ ਜਾਂਦੀ ਏ। ਤੁਹਾਡਾ ਸੁਭਾਅ ਬਣ ਜਾਵੇ। ਜੇ ਗੁਰੂ ਨਾਨਕ ਦੀ ਬਾਤ ਸੁਭਾਅ ਨਾ ਬਣੀ, ਤੁਹਾਡੀ ਇੱਛਾ ਨਾ ਬਣੀ, ਤੁਹਾਡਾ ਸੋਚਣ ਦਾ ਢੰਗ ਨਾ ਬਣੀ, ਤੁਹਾਡੀ ਜੀਵਨ ਧਾਰਾ ਨਾ ਬਣੀ, ਤੇ ਸੱਚ ਜਾਣਿਓ ਆਪ ਜੀ ਨੂੰ ਦੁੱਖਾਂ ਤੋਂ ਕੋਈ ਮੁਕਤ ਨਹੀਂ ਕਰ ਸਕਦਾ। ਜਾਓ ਜਿਹੜੇ ਮਰਜੀ ਬਾਬੇ ਕੋ ਚਲੇ ਜਾਇਓ, ਤੇ ਜਿਹੜੇ ਮਰਜੀ ਕੋ ਜਿੱਥੇ ਜੀ ਕਰਦਾ ਚਲੇ ਜਾਇਓ, ਜਿੰਨਾ ਮਰਜੀ ਪੈਸੇ ਕਮਾ ਲਿਓ, ਜਿਹੜੇ ਮਰਜੀ ਦੇਸ਼ 'ਚ ਚਲੇ ਜਾਇਓ, ਜਿੰਨੀ ਦੇਰ ਤੱਕ ਗੁਰੂ ਨਾਨਕ ਦੇ ਬੋਲ ਆਪ ਜੀ ਦਾ ਹਿਰਦਾ ਨਹੀਂ ਬਣਦੇ, ਆਪ ਜੀ ਦੇ ਹਿਰਦੇ 'ਚ ਨਹੀਂ ਵਸਦੇ, ਜਿੰਨੀ ਦੇਰ ਤੱਕ ਗੁਰੂ ਨਾਨਕ ਆਪ ਜੀ ਦੇ ਕਰਮਾਂ 'ਚੋਂ ਨਹੀਂ ਝਲਕਦਾ, ਉਨੀ ਦੇਰ ਤੱਕ ਤੁਸੀਂ ਕਰਮ ਬੀਜਣੋਂ ਨਹੀਂ ਹਟਣੇ, ਤੇ ਵੱਢਣੇ ਤੇ ਫਿਰ ਬੀਜੇ ਪੈਣੇ ਹੀ ਨੇ, ਵੱਢਣੇ ਪੈਣੇ ਨੇ ਨਾ। ਤੁਸੀਂ ਮਾੜਾ ਬੋਲੋਗੇ ਤੇ ਜਿਹਾ ਬੀਜੇ ਸੋ ਲੂਣੇ ਮਾੜਾ ਮਿਲੇਗਾ। ਤੁਸੀਂ ਮਾੜਾ ਸੋਚੋਗੇ ਤੇ ਮਾੜਾ ਮਿਲੇਗਾ। ਦੂਜਾ ਵੀ ਕੋਈ ਮਾੜਾ ਸੋਚਦਾ ਹੋਏਗਾ। ਗੁਰੂ ਨਾਨਕ ਦੀ ਬਾਤ ਨੂੰ ਸਮਝ ਲਿਓ, ਇਹ ਉਸ ਅਕਾਲ ਪੁਰਖ ਦੇ ਬੋਲ ਨੇ, ਤੁਰਕੀ ਬਾਣੀ ਏ, ਇਹਦੇ ਤੋਂ ਬਿਨਾ ਛੁਟਕਾਰਾ ਨਹੀਂ, ਇਹਨੂੰ ਧਾਰਨ ਕਰਿਓ। ਵਾਹਿਗੁਰੂ ਜੀ।